ਨਾਰਮਲ ਸਕੂਲ ਪਿੰਡੋਂ ਚੰਗਾ ਦੁਰਾਡਾ ਸੀ। ਸਾਈਆਂ ਦੀ ਠੱਠੀ ਤੋਂ ਪਰਾਂ ਛੱਪੜ ਦੇ ਦੂਜੇ ਪਾਸੇ ਸ਼ਟਾਲੇ ਦੀਆਂ ਪੈਲੀਆਂ ਵਿੱਚੋਂ ਲੰਘ ਕੇ ਤੇ ਫਿਰ ਗੱਡੀ ਦੀ ਲੈਣੋਂ ਪਾਰ, ਪਰ ਢਿੱਡ ਵਿੱਚ ਬਿਸਕੁਟ ਬਿਸਕੁਟ ਡੰਡਾ ਲੈ ਕਿਸੇ ਢਿੱਡ ਕੁੱਟ, ਪਰ ਢਿੱਡ ਵਿੱਚ ਤੰਦੂਰ ਦੀ ਬਈ ਰੋਟੀ ਤੇ ਸਜਰੇ ਮੱਖਣ ਦੇ ਪੇੜੇ ਦੀ ਗਰਮਾਈ ਉਹਦੇ ਹੱਡਾਂ ਪੈਰਾਂ ਨੂੰ ਹੌਲੀ ਹੌਲੀ ਇੰਜ ਗਰਮੈਸ਼ ਪਹੁੰਚਾਉਂਦੀ ਜੇ ਉਹ ਨਾਰਮਲ ਸਕੂਲ ਤੇ ਕੀ 10 ਕੋ ਦੁਰਾਡੇ ਸ਼ਹਿਰ ਤਿੱਕਰ ਵੀ ਟੁਰ ਜਾਂਦਾ ਤੇ ਉਹਨੂੰ ਉੱਕਾ ਥਕੇਵਾਂ ਨਾ ਚੜ੍ਹਦਾ। ਉਹ ਘਰ ਤੇ ਸਕੂਲ ਵਿਚਕਾਰ ਖਿਲਰੀਆਂ ਬੋਵਾਂ ਖੁਸ਼ਬੂਆਂ ਦਾ ਐਡਾ ਜਾਣੂ ਸੀ, ਜੇ ਉਹਦੀਆਂ ਅੱਖਾਂ ਉੱਤੇ ਕੋਈ ਲੀਰ ਵੀ ਘੁੱਟ ਕੇ ਬੰਨ੍ਹ ਦਿੰਦਾ ਤਾਂ ਵੀ ਉਹ ਸਾਈਆਂ ਦੀ ਠੱਠੀ ਕੋਲ ਧੁੱਪ ਵਿੱਚ ਸੁੱਕਦੇ ਚੰਮ ਦੀ ਬੋ, ਛੱਪੜ ਉੱਤੇ ਤਰਦੇ ਜਾਲੇ ਦੀ ਗਿੱਲੀ ਬਾਸ, ਸ਼ਟਾਲੇ ਦੀ ਹਰੀ ਖੁਸ਼ਬੂ ਸੁੰਘਦਾ। ਵਹਿਣੀਆਂ ਵਿੱਚ ਕਿਲਕਲੀਆਂ ਪਾਉਂਦੀਆਂ ਬਤਕਾਂ ਦੀ ਕੈਂ ਕੈਂ ਤੇ ਗੱਡੀ ਦੇ ਫਾਟਕ ਉੱਤੇ ਵੱਜਦੀ ਟੱਲੀ ਦੀ ਟਨ ਟਨ ਸੁਣਦਾ। ਲੁਕਣ ਮੀੜੀ ਖੇਡਦਾ ਸਕੂਲੇ ਅਪੜ ਜਾਂਦਾ। ਉਂਝ ਨਿਰੀ ਲੀਰ ਬੰਨਣ ਦੀ ਕਸਰ ਸੀ, ਨਹੀਂ ਤੇ ਉਹ ਹਮੇਸ਼ ਅੱਖਾਂ ਨਿੰਮੀਆਂ ਨਿੰਮੀਆਂ ਮੀਟ ਕੇ ਹੀ ਇਹਨਾਂ ਬੋਆਂ ਖੁਸ਼ਬੂਆਂ ਦੇ ਸੁਨੇਹੇ ਸੁੰਘਦਾ ਸਕੂਲੇ ਜਾਂਦਾ ਸੀ। ਅੱਜ ਵੀ ਉਹਦੀਆਂ ਨਾਸਾਂ ਧੁੱਪੇ ਸੁੱਕਦੀਆਂ ਡੰਗਰਾਂ ਦੇ ਚੰਮ ਦੀ ਬੋ ਅਪੜਾਈ ਤੇ ਉਹ ਸਾਈਆਂ ਦੀ ਠੱਠੀ ਕੋਲੋਂ ਛੇਤੀ ਛੇਤੀ ਲੰਘ ਕੇ ਖੁੱਲੀਆਂ ਪੈਲੀਆਂ ਵਿੱਚ ਆ ਗਿਆ। ਪੈਲੀਆਂ ਵਿਚਕਾਰ ਨਿੱਕੀ ਜਿਹੀ ਬੰਨੀ ਉੱਤੇ ਟੁਰਦਿਆਂ ਉਹਦੀ ਆਦਤ ਸੀ ਭਈ ਉਹ ਨਾਲ ਨਾਲ ਆਪਣੀ ਤਖਤੀ ਤਰੇਲ ਨਾਲ ਭਿੱਜੇ ਹੋਏ ਸ਼ਟਾਲੇ ਉੱਤੇ ਮਾਰਦਾ ਜਾਂਦਾ। ਪਹਿਲਾਂ ਤਖਤੀ ਉੱਤੇ ਤਰੇਲ ਦੀਆਂ ਲੀਕਾਂ ਇੰਝ ਉਗੜਦੀਆਂ ਜਿਵੇਂ ਕਿਸੇ ਉਹਦੇ ਗਾਚਣੀ ਜੁੱਸੇ ਉੱਤੇ ਭਿੱਜੀ ਹੋਈ ਛਮਕ ਮਾਰੀ ਹੋਵੇ। ਫਿਰ ਉਹਦੇ ਉੱਤੇ ਕਾਲੀ ਸ਼ਾਹੀ ਨਾਲ ਪਏ ਹੋਏ ਪੂਰਨੇ ਇੰਝ ਵੱਡੇ ਹੁੰਦੇ ਜਿਵੇਂ ਪਹਿਲੇ ਅਥਰੂ ਨਾਲ ਅੱਖਰਾਂ ਦਾ ਸੁਰਮਾ ਗਿੱਲਾ ਹੋ ਕੇ ਆਪਣੇ ਘਰੋਂ ਬਾਹਰ ਆ ਜਾਂਦਾ ਹੈ। ਸਕੂਲੇ ਅਪੜਦਿਆਂ ਤਾਈਂ ਤਖਤੀ ਤੇ ਮਲੀ ਹੋਈ ਗਾਚੀ ਤੇ ਕਾਲੇ ਪੂਰਨੇ ਇੱਕੋ ਮਿੱਕੋ ਹੋ ਜਾਂਦੇ ਤੇ ਫਿਰ ਉਹ ਤਖਤੀ ਨੂੰ ਸਕੂਲ ਦੇ ਖੂਹ ਦੇ ਔਲੂ ਵਿੱਚ ਡੋਬ ਕੇ ਚੰਗੀ ਤਰ੍ਹਾਂ ਮਲ ਕੇ ਧੋ ਲੈਂਦਾ। ਉਸ ਔਲੂ ਵਿੱਚ ਨਿੱਕਾ ਜਿਹਾ ਡੱਡੂ ਦਾ ਬੱਚਾ ਸੀ, ਜਿਹੜਾ ਹਮੇਸ਼ ਉਫਲ ਕੇ ਉਹਦੀ ਤਖਤੀ ਉੱਤੇ ਚੜ੍ਹ ਜਾਂਦਾ ਤੇ ਆਪਣੀਆਂ ਮਹੀਨ ਅੱਖਾਂ ਨਾਲ ਉਹਨੂੰ ਬੜੇ ਗੌਰ ਨਾਲ ਵੇਖਣ ਲੱਗ ਪੈਂਦਾ। ਉਹਦੀ ਤਖਤੀ ਦਾ ਇੱਕ ਕੰਢਾ ਭੁਰਿਆ ਹੋਇਆ ਸੀ। ਪਾਜੋ ਹੰਜਰਾ ਦੇ ਅਮਰੂਦਾਂ ਦੇ ਬਾਗ ਕੋਲੋਂ ਲੰਘਦਿਆਂ ਉਹ ਤਖਤੀ ਨੂੰ ਪੱਕੇ ਹੋਏ ਅਮਰੂਦਾਂ ਦੇ ਪੂਰੇ ਟਿੱਲ ਨਾਲ ਸੁੱਟਦਾ, ਇੰਝ ਇੱਕ ਅੱਧ ਅਮਰੂਦ ਉਹਦੀ ਝੋਲੀ ਵਿੱਚ ਆ ਡਿੱਗਦਾ। ਤਖਤੀ ਦਾ ਕੰਢਾ ਇੰਝੇ ਭੁਰਿਆ ਸੀ। ਅੱਜ ਵੀ ਜਦੋਂ ਉਹ ਪੈਲੀਆਂ ਵਿੱਚੋਂ ਲੰਘ ਕੇ ਉਸ ਬੰਨ ਉੱਤੇ ਚੜ੍ਹਿਆ ਜਿੱਥੇ ਗੱਡੀ ਦੀ ਲੈਨ ਸੀ ਤੇ ਉਹਦੀ ਤਖਤੀ ਸ਼ਟਾਲੇ ਦੀਆਂ ਪੱਤਰਾਂ ਉੱਤੋਂ ਹੁੰਜੀ ਹੋਈ ਤਰੇਲ ਨਾਲ ਨੁਚੜਦੀ ਸੀ ਪਈ। ਗੱਡੀ ਦੀ ਲੈਨ ਕਾਲੇ ਸੱਪਾਂ ਦੇ ਇੱਕ ਮਸਤ ਜੋੜੇ ਹਾਰ ਲੰਮੀ ਪਈ ਹੋਈ ਸੀ। ਉਹਨੇ ਅੱਖਾਂ ਉੱਤੇ ਤਲੀ ਦੇ ਛੱਪਰ ਪਾ ਕੇ ਦੋਵਾਂ ਪਾਸੇ ਵੇਖਿਆ, ਕਿਧਰੇ ਗੱਡੀ ਤੇ ਨਹੀਂ ਆਉਂਦੀ ਪਈ। ਫਿਰ ਲੰਮਾ ਪੈ ਕੇ ਕੰਨ ਲੈਣ ਦੇ ਠੱਡੇ ਲੋਹੇ ਦੇ ਨਾਲ ਲਾ ਦਿੱਤੇ। ਛਾਂ ਛਾਂ ਦੇ ਸ਼ਰਲਾਟੇ ਦੀ ਮਾੜੀ ਜਿਹੀ ਗੂੰਜ ਲੈਣ ਨਿੰਮੀ ਨਿੰਮੀ ਕੰਬਦੀ ਪਈ ਸੀ। ਗੱਡੀ ਪਿਛਲੇ ਟਿਸ਼ ਨੂੰ ਟੁਰ ਪਈ ਏ। ਉਹਨੇ ਤਖਤੀ ਤੇ ਬਸਤਾ ਹੇਠਾਂ ਰੱਖਿਆ ਤੇ ਕਿਸੇ ਬਾਜ਼ੀਗਰ ਹਾਰ ਦੋਵੇਂ ਹੱਥ ਖੰਭਾਂ ਹਾਰ ਖਿਲਾਰ ਕੇ ਲੈਣ ਉੱਤੇ ਤੁਰਨ ਲੱਗ ਪਿਆ। ਕੁਝ ਚਿਰ ਪਿੱਛੋਂ ਉਹ ਐਸ ਕਸਬ ਤੋਂ ਵੀ ਅੱਕ ਗਿਆ ਤੇ ਬਹਿ ਕੇ ਉਹ ਪੈਸਾ ਢੂੰਡਣ ਲੱਗ ਪਿਆ ਜਿਹੜਾ ਉਹਨੇ ਕੱਲ ਸਕੂਲੋਂ ਮੁੜਦਿਆਂ ਲੈਣ ਉੱਤੇ ਰੱਖਿਆ ਸੀ। ਉਹ ਕਦੇ ਕਦਾਰ ਇੱਕ ਪੈਸਾ ਲੈਣ ਉੱਤੇ ਰੱਖ ਜਾਂਦਾ, ਦੂਜੇ ਦਿਹਾੜੇ ਪੈਸਾ ਗੱਡੀ ਦੇ ਪਹੀਆਂ ਹੇਠ ਫਸ ਕੇ ਚਿਹੜੇ ਪਤਾਸੇ ਹਾਰ ਪੱਧਰਾ ਹੋਇਆ ਹੁੰਦਾ। ਉਹਨੇ ਆਪਣੇ ਘਰ ਦੀ ਪਿਛਲੀ ਕੋਠੜੀ ਵਿੱਚ ਵਾਹੁਣੀਆਂ ਦੀ ਇੱਕ ਪਾਲ ਅੰਦਰ ਅਜਿਹੇ ਫੱਤੇ ਹੋਏ ਪੈਸਿਆਂ ਦਾ ਇੱਕ ਢੇਰ ਸਾਂਭਿਆ ਹੋਇਆ ਸੀ। ਸਭਨਾਂ ਤੋਂ ਲੁਕਾ ਕੇ, ਪਰ ਅੱਜ ਲੈਨ ਖਾਲਮ ਖੁੱਲੀ ਸੀ। ਉਹਨੇ ਬੜਾ ਢੂੰਡਿਆ ਪਰ ਪੈਸਾ ਨਾ ਮਿਲਿਆ। ਜ਼ਰੂਰ ਗਾਮੇ ਮਾਛੀ ਚੁੱਕ ਲਿਆਏ। ਉਹਨੇ ਗਾਮੇ ਨੂੰ ਖੋਤੇ ਦਾ ਖੁਰ ਜਿਹੀ ਗੰਦੀ ਗਾਲ ਕੱਢੀ ਤੇ ਫਿਰ 4-5 ਗੋਲ ਗੋਲ ਗੀਟੇ ਲੈਣ ਉੱਤੇ ਅੱਗੜ ਪਿੱਛੜ ਰੱਖ ਦਿੱਤੇ। ਅੱਜ ਉਹਦਾ ਬੋਝਾ ਖਾਲੀ ਸੀ। ਖਰਚੇ ਦੇ ਦੋਵਾਂ ਪੈਸਿਆਂ ਦੀ ਗਾਚੀ ਤੇ ਜੋ ਕੱਲ ਲਈ ਸੀ, ਇਹ ਕੰਮ ਨਿਬੇੜ ਕੇ ਉਹਨੇ ਤਖਤੀ ਫੇੜੀ ਤੇ ਬਸਤਾ ਕੱਛੇ ਮਾਰ ਕੇ ਲੈਣੋਂ ਪਾਰ ਆ ਗਿਆ।
ਦੂਜੇ ਪਾਸੇ ਇੱਕ ਰੜਾ ਮੈਦਾਨ ਸੀ ਜਿਹਦੇ ਵਿੱਚ ਟਾਵੇਂ ਟਾਵੇਂ ਇੱਕ ਅੱਕ ਦੇ ਬੂਟੇ ਉੱਗੇ ਹੋਏ ਸਨ। ਗੁਲਾਬੀ ਰੰਗ ਦੇ ਨਿੱਕੇ ਨਿੱਕੇ ਫੁੱਲਾਂ ਵਾਲੇ ਅੱਕ। ਉਹਨੇ ਫਿਰ ਹਮੇਸ਼ਾਰ ਤਖਤੀ ਤੇ ਬਸਤਾ ਜ਼ਮੀਨ ਤੇ ਜਾ ਸੁੱਟਿਆ ਤੇ ਚੂਕਣੀਆਂ ਹੱਥ ਉੱਤੇ ਹੱਥ ਰੱਖ ਕੇ 4 ਚੁਫੇਰੇ ਨਜ਼ਰ ਮਾਰੀ। ਮਾਈਆਂ ਬੁੱਢੀਆਂ ਚੋਪਣ ਲਈ, ਪਰ ਅੱਜ ਮੈਦਾਨ ਖਾਲੀ ਪਿਆ ਹੋਇਆ ਸੀ। ਅੱਖਾਂ ਉੱਤੇ ਇੱਕ ਵੀ ਮਾਈ ਬੁੱਢੀ ਨਹੀਂ ਸੀ ਉੱਡਦੀ ਪਈ, ਜਿੱਥੇ ਨਿੱਤ ਚਿੱਟੀਆਂ ਝਾਟੀਆਂ ਆਲੀਆਂ ਇਹ ਰੂਹਾਂ ਤੁੰਮਿਆਂ ਦੇ ਜੁੱਸਿਆਂ ਵਿੱਚੋਂ ਨਿਕਲ ਕੇ ਚਾਰੋਂ ਪਾਸੇ ਖਿਲਰੀਆਂ ਹੁੰਦੀਆਂ ਸਨ। ਅੱਜ ਉੱਥੇ ਕੁਝ ਵੀ ਨਹੀਂ ਸੀ। ਅੱਖਾਂ ਉੱਤੇ ਖਲੋਤੀ ਹਵਾ ਸਖਣੀ ਪਈ ਹੋਈ ਸੀ। ਉਹ ਡਾਢਾ ਆਜ਼ੁਰਦਾ ਹੋ ਕੇ ਤਖਤੀ ਤੇ ਬਸਤਾ ਚੁੱਕਣ ਲੱਗਾ ਤੇ ਅੱਕ ਦੇ ਬੂਟਿਆਂ ਵਿਚਕਾਰ ਉਹਨੂੰ ਇੱਕ ਜੁੱਸਾ ਹਿਲਦਾ ਨਜ਼ਰੀ ਪਿਆ। ਉਹਨੇ ਨੇੜੇ ਹੋ ਕੇ ਵੇਖਿਆ, ਇੱਕ ਖੋਤਾ ਸੀ, ਮੂਧਾ ਲੰਮਾ ਪਿਆ ਹੋਇਆ। ਜਿਵੇਂ ਖਚੋਪੜ ਮੂਧਾ ਹੋ ਜਾਵੇ ਤੇ ਫਿਰ ਸਿੱਧਾ ਨਹੀਂ ਹੋ ਸਕਦਾ। ਛੱਪੜ ਵਿੱਚ ਵੀ ਬੜੇ ਵੱਡੇ ਤੇ ਠੁੱਲੀਆਂ ਜੁੱਸਿਆਂ ਆਲੇ ਖਚੋਪੜ ਸਨ, ਜਿਨ੍ਹਾਂ ਦੀਆਂ ਖੂਹ ਅੰਦਰ ਉਹਦੀਆਂ ਅਣਗਿਣਤ ਮੱਛੀਆਂ ਫੜਨ ਆਲੀਆਂ ਕੰਢਿਆਂ ਫਾਤੀਆਂ ਹੋਈਆਂ ਸਨ। ਖੋਤੇ ਦੇ ਖੁਰ ਖਚੋਪੜ। ਉਹ ਹੋਰ ਨੇੜੇ ਹੋਇਆ, ਗੌਰ ਨਾਲ ਵੇਖਿਆ। ਖੋਤੇ ਦੀ ਇੱਕ ਲੱਤ ਟੁੱਟੀ ਹੋਈ ਸੀ। ਖੁਰੇ ਸੜਕ ਪਾਰ ਕਰਦਿਆਂ ਕਿਸੇ ਟਰੱਕ ਹੇਠ ਆ ਗਿਆ ਏ ਜੇ। ਲੱਤ ਨਹੀਂ, ਨਿਰੀ ਤਰੁੱਟੀ ਹੋਈ ਨਹੀਂ ਸੀ। ਗੋਡਿਓਂ ਹੇਠ ਉੱਕਾ ਫੇ ਕੱਤੀ ਹੋਈ ਸੀ, ਜੂੰ ਬੇਲਨ ਵਿੱਚ ਗੰਨਾ। ਉਂਝ ਵੀ ਡਾਢਾ ਮਾੜਕਾ ਲਾਗਰ, ਹਾਡੀ ਹੱਡ। ਉਹਨੇ ਖੋਤੇ ਨੂੰ ਪਛਾਣ ਲਿਆ। ਐਵੇਂ ਜੁਲਾਹ ਦਾ ਖੋਤਾ, ਜਿਹਦੇ ਉੱਤੇ ਉਹ ਸੂਤਰ ਲੱਦ ਕੇ ਮੰਡੀ ਖੜਦਾ ਸੀ। ਉਹ ਕਦੀ ਕਦਾਰ ਹੁੰਬਲੀ ਮਾਰ ਕੇ ਸਿੱਧਾ ਹੋਣ ਦਾ ਚਾਰਾ ਕਰਦਾ, ਪਰ ਤਰੁੱਟੀ ਹੋਈ ਲੱਤ ਕਾਰਨ ਫਿਰ ਮੂਧਾ ਹੋ ਜਾਂਦਾ। ਕੁਝ ਦੂਰ 2 ਗਿਰਜ, ਗੰਜੀਆਂ ਲੰਮੀਆਂ ਧੌਣਾਂ ਅਸਮਾਨ ਵੱਲ ਇੰਜ ਅਣਜਾਣ ਬਣੇ ਬੈਠੇ, ਜਿਵੇਂ ਉਹ ਐਵੇਂ ਹੀ ਸੈਰ ਸਪਾਟੇ ਕਰਦੇ ਇੱਧਰ ਆ ਨਿਕਲੇ ਨੇ, ਤੇ ਉਹਨਾਂ ਨੂੰ ਉਸ ਮੂਧੇ ਪਏ ਖੋਤੇ ਨਾਲ ਕੋਈ ਸਰੋਕਾਰ ਨਹੀਂ, ਕੋਈ ਵਾਸਤਾ ਨਹੀਂ। ਉਹਨੇ ਇੱਕ ਵੱਟਾ ਚੁੱਕ ਕੇ ਗਿਰਜਾਂ ਵੱਲ ਸੁੱਟਿਆ, ਪਰ ਉਹ ਕੋਡੀ ਦੇ ਕਿਸੇ ਖਿਡਾਰੀ ਹਾਰ ਬਚਾ ਕਰ ਗਏ। ਕੁਝ ਚਿਰ ਲਈ ਖੰਭ ਖਿਲਾਰੇ ਤੇ ਫਿਰ ਲਵੇਟ ਕੇ ਅੰਜੇ ਬਹਿ ਗਏ। ਐਮਾ ਜੁਲਾਹ ਖੁਰੇ ਆਪਣੇ ਖੋਤੇ ਨੂੰ ਇੱਥੇ ਕਿਉਂ ਛੱਡ ਗਿਆ? ਉਹਨੇ ਤਖਤੀ ਬਸਤਾ ਚੁੱਕਿਆ ਤੇ ਸਕੂਲ ਵੱਲ ਤੁਰ ਪਿਆ। ਉਦੋਂ ਉਹ ਇਸ ਗੱਲ ਦਾ ਜਾਣੂ ਨਹੀਂ ਸੀ ਭਈ ਜਦੋਂ ਕੋਈ ਵੀ ਜਨੌਰ ਨਕਾਰਾ ਹੋ ਜਾਵੇ ਉਹਨੂੰ ਲੋਕੀ ਉਹਨੇ ਉਹਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚ ਵੇਖ ਕੇ ਸਵਾਲ ਕੀਤਾ। ਤਖਤੀ ਔਲੂ ਵਿੱਚ ਡੁੱਬੀ ਤੇ ਡੱਡੂ ਦਾ ਬੱਚਾ ਪੁੜਕ ਕੇ ਉੱਤੇ ਬਹਿ ਗਿਆ। ਉਹਨੇ ਉਹਦੀਆਂ ਨਿੱਕੀਆਂ ਨਿੱਕੀਆਂ ਅੱਖਾਂ ਵਿੱਚ ਵੇਖ ਕੇ ਸਵਾਲ ਕੀਤਾ, ਪਰ ਐਮਾ ਆਪਣੇ ਖੋਤੇ ਨੂੰ ਇੰਜ ਕਿਉਂ ਛੱਡ ਗਿਆ ਏ? 1 ਦੂਣੀ ਦੂਣੀ, 2 ਦੂਣੀ 3, 1 3, 3 ਦੂਣੀ। ਆਮੋ ਸਾਹਮਣੇ ਖਲੋਤੇ ਮੁੰਡਿਆਂ ਮੋਢੇ ਤੇ ਬਾਹਾਂ ਮਾਰ ਮਾਰ ਕੇ ਪਹਾੜੇ ਪੜੇ ਤੇ ਦੁਪਹਿਰ ਤਾਈਂ ਸੰਗ ਬਾ ਲਏ। ਉਹ ਮੂੰਹ 1 ਦੂਣੀ ਦੂਣੀ ਨਾਲ ਹੀ ਅੱਡਦਾ, ਪਰ ਉਹਨੂੰ ਇੰਜ ਜਾਪਿਆ ਜਿਵੇਂ ਸਾਰੇ ਬਾਲ ਮੂੰਹ ਖੋਲ ਕੇ ਦੁਹਾਈ ਦਿੰਦੇ ਨੇ ਪਏ, 1 ਖੋਤਾ ਖੋਤਾ, 2 ਗਿਰਜ ਗਿਰਜ, 1 ਖੋਤਾ ਖੋਤਾ। ਪੇਸ਼ੀ ਦੀ ਬਾਂਗ ਮਿਲਦਿਆਂ ਛੁੱਟੀ ਹੋ ਗਈ ਤੇ ਉਹ ਪੂਰਨਿਆਂ ਭਰੀ ਤਖਤੀ ਕੱਛੇ ਮਾਰ ਕੇ ਸਕੂਲੋਂ ਬਾਹਰ ਆ ਗਿਆ। ਪਿੰਡ ਦੇ ਰਾਹ ਵਿੱਚ ਮੈਦਾਨ ਸੀ। ਮੈਦਾਨ ਵਿੱਚ ਅੱਕਾਂ ਦੇ ਬੂਟੇ ਸਨ ਤੇ ਇਹਨਾਂ ਵਿਚਕਾਰ ਐਵੇਂ ਜੁਲਾਹ ਦਾ ਖੋਤਾ ਪਿਆ ਹੋਇਆ ਸੀ। ਪਰ ਹੁਣ ਅੱਕਾਂ ਉੱਤੇ ਖਲੋਤੀ ਹਵਾ ਸਖਣੀ ਨਹੀਂ ਸੀ। ਉਹਦੇ ਵਿੱਚ ਅਣਗਿਣਤ ਮਾਈਆਂ ਬੁੱਢੀਆਂ ਖਿਲਰੀਆਂ ਹੋਈਆਂ ਸਨ, ਜੇ ਤੁੰਮਿਆਂ ਦੇ ਮੂੰਹ ਅੱਡ ਕੱਤੇ ਸਨ। ਮਾਈਆਂ ਬੁੱਢੀਆਂ ਦੇ ਚਿੱਟੇ ਕਫਨ ਦੀ ਛਾਂ ਹੇਠ ਐਵੇਂ ਜੁਲਾਹ ਦਾ ਖੋਤਾ ਪਿਆ ਹੋਇਆ ਸੀ। ਪਰ ਹੁਣ 2 ਗਿਰਜ ਨਹੀਂ, ਉਹਦੇ 4 ਚੁਫੇਰੇ ਗਿਰਜਾਂ ਦਾ ਇਕੱਠ ਸੀ। ਉਹਨਾਂ ਸਾਰਿਆਂ ਦੀਆਂ ਧੌਣਾਂ ਅਸਮਾਨਾਂ ਵੱਲ ਨਹੀਂ ਸਨ, ਇੱਕ ਅਜਿਹੇ ਨੁਕਤੇ ਵੱਲ ਸਨ ਜਿੱਥੇ ਇੱਕ ਹੋਰ ਗਿਰਜ ਦਾ ਧੜ ਦਿਸਦਾ ਸੀ ਪਿਆ, ਧੌਣੋਂ ਬਗੈਰ। ਜੇ ਉਹਦੀ ਧੌਣ ਖੋਤੇ ਦੀ ਲਿਦ ਕਰਨ ਵਾਲੀ ਥਾਂ ਤੇ ਅੰਦਰ ਸੀ ਤੇ ਦੂਜੇ ਗਿਰਜ ਆਪਣੀ ਵਾਰੀ ਉਡੀਕਦੇ ਸਨ ਪਏ। ਗਿਰਜ ਦੀ ਧੌਣ ਖੋਤੇ ਦੀ ਪਿੱਠ ਅੰਦਰੋਂ ਤਿਲਕਦੀ ਹੋਈ ਬਾਹਰ ਨਿਕਲੀ। ਉਹਦੀ ਚੁੰਝ ਵਿੱਚ ਰੱਤ ਨਾਲ ਡੁੱਬੀ ਇੱਕ ਬੋਟੀ ਸੀ, ਇੱਕ ਜਿਉਂਦੇ ਜਾਗਦੇ ਜਨੌਰ ਦੇ ਮਾਸ ਦੀ ਬੋਟੀ, ਤੇ ਉਹਦੀ ਗੰਜੀ
ਧੌਣ ਉੱਤੇ ਲਹੂ ਦਾ ਪੋਚਾ ਫਿਰਿਆ ਹੋਇਆ ਸੀ। ਉਹ ਗਿਰਜ ਪਿਛਲੇ ਪੈਰੀਂ ਆਪਣੇ ਬੇਲੀਆਂ ਦੀ ਲਾਈਨ ਵਿੱਚ ਆ ਖਲੋਤਾ ਤੇ ਫਿਰ ਇੱਕ ਹੋਰ ਗਿਰਜ ਇਕੱਠ ਤੋਂ ਵੱਖ ਹੋਇਆ, ਧੌਣ ਸਿੱਧੀ ਕਰਕੇ ਉਸ ਥਾਂ ਵੱਲ ਵਧਿਆ ਜਿਹਦੇ ਅੰਦਰ ਖੋਤੇ ਦਾ ਜਿਉਂਦਾ ਮਾਸ ਆਉਣ ਵਾਲੀ ਚੁੰਝ ਦੇ ਡਰ ਤੋਂ ਕੰਬਦਾ ਸੀ ਪਿਆ। ਗਿਰਜ ਦੀ ਚੁੰਝ ਨੇੜੇ ਹੋਈ, ਖੋਤੇ ਉਹਨੂੰ ਵੇਖ ਕੇ ਹਿੱਲਣ ਦਾ ਚਾਰਾ ਕੀਤਾ, ਆਪਣੇ ਆਪ ਨੂੰ ਜਿਉਂਦੀ ਮੌਤ ਤੋਂ ਬਚਾਉਣ ਦਾ ਚਾਰਾ ਕੀਤਾ, ਪਰ ਉਹ ਹਿੱਲ ਨਾ ਸਕਿਆ। ਲਿਦ ਵਾਲੀ ਥਾਂ ਵਿੱਚੋਂ ਜਿਉਂਦੇ ਮਾਸ ਦੇ ਛਿਛੜੇ ਲਮਕਦੇ ਸਨ ਤੇ ਇਹਨਾਂ ਵਿੱਚੋਂ ਰਤ ਵਗ ਵਗ ਕੇ ਰੜੇ ਮੈਦਾਨ ਵਿੱਚ ਸਿਮਦੀ ਸੀ ਪਈ। ਗਿਰਜ ਦੀ ਧੌਣ ਖੋਤੇ ਕੋਲ ਅੱਪੜ ਕੇ ਇੰਜ ਲੰਮੀ ਹੋਈ ਜਿਵੇਂ ਰਬੜ ਦੀ ਬਣੀ ਹੋਵੇ, ਤੇ ਫਿਰ ਉਹਨੇ ਆਪਣੀ ਚੁੰਝ ਸਿੱਧੀ ਕਰਕੇ ਮਾਸ ਦੀ ਸੁਰੰਗ ਵਿੱਚ ਖੋਭ ਦਿੱਤੀ। ਪਹਿਲਾਂ ਚੁੰਝ ਅੰਦਰ ਗਈ, ਫਿਰ ਮਹੀਨ ਅੱਖੀਂ ਤੇ ਨਿੱਕੀ ਸਰੀ, ਤੇ ਫਿਰ ਲੰਮੀ ਧੌਣ, ਫਿਰ ਮਹੀਨ ਅੱਖੀਂ ਤੇ ਨਿੱਕੀ ਸਿਰੀ, ਤੇ ਫਿਰ ਲੰਮੀ ਧੌਣ ਰਤ ਨਾਲ ਚੋਂਦੇ ਮਾਸ ਵਿੱਚ ਤਿਲਕਦੀ ਅਗਾਂਹ ਗਈ। ਖੋਤੇ ਆਪਣੇ ਲਾਚਾਰ ਜੁੱਸੇ ਵਿੱਚ ਜ਼ੋਰਾਵਰ ਦੀ ਚੁੰਝ ਨੂੰ ਅਗਾਂਹ ਵਧਦਿਆਂ ਮਹਿਸੂਸ ਕੀਤਾ ਤੇ ਉਹ ਸ਼ੋਧਾ ਇੰਝ ਆਕੜ ਗਿਆ ਜਿਵੇਂ ਮਰ ਗਿਆ ਹੋਵੇ। ਪਰ ਉਹਨੂੰ ਪਤਾ ਸੀ ਇਹ ਤੇ ਹਾਲੀ ਮੋਢੇ, ਹਾਲੀ ਇਸ ਚੁੰਝ ਨੇ ਉਹਦੇ ਅੰਦਰ ਜਾ ਕੇ ਉਹਦੇ ਮਾਸ ਵਿੱਚ ਖੁੱਭਣਾ ਏ, ਉਹਨੂੰ ਖੋ ਖਾਣਾ ਏ। ਜਿਸ ਵੇਲੇ ਗਿਰਜ ਦੀ ਚੁੰਝ ਨੇ ਉਹਦੇ ਅੰਦਰ ਮਾਸ ਦਾ ਰੁਗ ਪੜਿਆ, ਖੋਤਾ ਇੰਝ ਤੜਫਿਆ ਭਈ ਗਿਰਜ ਦਾ ਬਾਹਰਲਾ ਜੁੱਸਾ ਵੀ ਖੋਤੇ ਨਾਲ ਹੀ ਦੂਰਾ ਹੋ ਗਿਆ। ਪਰ ਹੁਣ ਰੁਗ ਭਰਕਤਾ ਸੀ। ਜ਼ੋਰਾਵਰ ਇੱਕ ਵਾਰੀ ਰੁਗ ਭਰ ਲੇ ਤੇ ਫਿਰ ਉਹ ਦੋਹਰਾ ਤੇ ਹੋ ਜਾਂਦਾ ਏ, ਚੁੰਝ ਨਹੀਂ ਖੋਲਦਾ। ਕੁਝ ਚਿਰ ਪਿੱਛੋਂ ਗਿਰਜ ਦੀ ਧੌਣ ਖੋਤੇ ਅੰਦਰੋਂ ਤਿਲਕਦੀ ਹੋਈ ਬਾਹਰ ਨਿਕਲੀ। ਗੰਜੀ ਧੌਣ ਉੱਤੇ ਲਹੂ ਦਾ ਪੋਚਾ ਫਿਰਿਆ ਹੋਇਆ ਸੀ ਤੇ ਚੁੰਝ ਵਿੱਚ ਰਤ ਨਾਲ ਭਰੀ ਪੋਟੀ। ਇੱਕ ਹੋਰ ਗਿਰਜ ਅੱਗੇ ਆਇਆ। ਖੋਤੇ ਦੀਆਂ ਅੱਖੀਆਂ ਅਜਿਹੇ ਪਖੇਰੂਆਂ ਹਾਰ ਬੇਬਸ ਸਨ ਜਿਨ੍ਹਾਂ ਵੱਲ ਮੌਤ ਦਾ ਜਾਲ ਹੌਲੀ ਹੌਲੀ ਵੱਧ ਕੇ ਉਹਨਾਂ ਨੂੰ ਜਿਉਂਦਿਆਂ ਜਾਗਦਿਆਂ ਪੱਥਰ ਦਾ ਕਰ ਛੱਡਦਾ ਹੈ। ਉਹਨੂੰ ਬੜੇ ਚਿਰ ਪਿੱਛੋਂ ਇਹ ਪਤਾ ਲੱਗਾ ਭਈ ਉਸ ਦਿਹਾੜੇ ਉਸ ਮਾਈਆਂ ਬੁੱਢੀਆਂ ਭਰਿਆਂ ਮੈਦਾਨ ਵਿੱਚ ਉਹਦੇ ਸਾਹਵੇਂ ਬੰਦੇ ਦੀ ਹਯਾਤੀ ਦਾ ਕੁੱਲ ਨਾਟਕ ਖੇਡਿਆ ਜਾ ਰਿਹਾ ਸੀ। ਇਹਦੇ ਨਾਲੋਂ ਵੱਧ ਹੋਰ ਕੋਈ ਸੱਚ ਨਹੀਂ ਸੀ। ਗਿਰਜਾਂ ਦੇ ਇਕੱਠ ਤੇ ਇੱਕ ਜਨੂਰ, ਖੋਤੇ ਦੀ ਪਿੱਠ ਵਿੱਚੋਂ ਸਿਮਦੇ ਲਹੂ ਦੇ ਸੂਏ ਬੁਲਬੁਲੇ, ਗਿਰਜਾਂ ਦੀਆਂ ਚੁੰਝਾਂ ਵਿੱਚ ਰਤ ਨਾਲ ਨੁਚੜਦੀਆਂ ਬੋਟੀਆਂ, ਪੋਚਾ ਫਿਰਦੀਆਂ ਧੌਣਾਂ, ਗਿਰਜਾਂ ਦੇ ਇਕੱਠ ਕੋਲੋਂ ਟੁਰ ਕੇ ਖੋਤੇ ਦੀ ਪਿੱਠ ਤੀਕਰ ਅਪੜਦਾ ਸੂਆ ਤੇ ਗਿੱਲਾ ਰਾਹ, ਮੌਤ ਦਾ ਡਰ ਦੇ ਕਾਲੇ ਵਾਵ ਰੋਲੇ ਉਹਦੀਆਂ ਅੱਖਾਂ ਵਿੱਚ ਚੱਲੇ ਤੇ ਉਹ ਥਰ ਥਰ ਕੰਬਣ ਲੱਗ ਪਿਆ। ਇਹ ਖੋਤਾ ਇੰਨਾ ਅਜ਼ਾਬ ਕਿਉਂ ਸਹਿੰਦਾ ਏ ਪਿਆ? ਮਸੀਤ ਵਾਲੇ ਮੌਲਵੀ ਸਾਹਿਬ ਦਾ ਕਿੱਥੇ ਰੱਬ, ਜਿਹੜਾ ਬੜਾ ਮਿਹਰਬਾਨ ਏ, ਜਿਹੜਾ ਰਹਿਮ ਕਰਨ ਵਾਲਾ ਏ? ਜੇ ਗਿਰਜ ਮੇਰੀ ਪਿੱਠ ਵਿੱਚ ਧੌਣ ਪਾ ਕੇ ਤੇ ਮੇਰੀਆਂ ਬੋਟੀਆਂ ਖੋਹ ਲੈਣ ਤੇ ਉਹਨੇ ਪਹਿਲਿਆ ਇੱਕ ਵੱਟਾ ਜ਼ਮੀਨ ਉੱਤੋਂ ਚੁੱਕ ਕੇ ਗਿਰਜਾਂ ਵਿਚਕਾਰ ਸੁੱਟਿਆ। ਉਹਨਾਂ ਐਤਕੀ ਖੰਭ ਵੀ ਨਾ ਖਿਲਾਰੇ, ਬਸ ਇੱਧਰ ਉੱਧਰ ਹੋ ਗਏ। ਜੇ ਹੁਣ ਉਹਨਾਂ ਦੇ ਢਿੱਡ ਭਰੇ ਹੋਏ ਸਨ, ਉਹਨੇ 4-5 ਵੱਟੇ ਹੋਰ ਮਾਰੇ, ਪਰ ਗਿਰਜਾਂ ਉੱਕਾ ਥੋ ਨਾ ਕੀਤਾ। ਫਿਰ ਉਹ ਤਖਤੀ ਦੀ ਮੁੱਠ ਨੂੰ ਘੁੱਟ ਕੇ ਫੜ ਕੇ ਗਿਰਜਾਂ ਦੇ ਇਕੱਠ ਅੰਦਰ ਜਾ ਵੜਿਆ। ਖੋਤੇ ਦੇ ਖੁਰ, ਖੋਤੇ ਦੇ ਖੁਰ, ਉਹ ਚੀਕਣ ਲੱਗ ਪਿਆ। ਤਖਤੀ ਗਿਰਜਾਂ ਦੇ ਖੰਭਾਂ ਉੱਤੋਂ ਤਿਲਕ ਜਾਂਦੀ ਤੇ ਉਹ ਉਂਝੇ ਉੱਥੇ ਬੈਠੇ ਰਹਿੰਦੇ। ਉਹਨੇ ਬੜਾ ਚਾਰਾ ਕੀਤਾ ਭਈ ਗਿਰਜ ਉੱਡ ਜਾਣ, ਪਰ ਆਪਣੀ ਥਾਂ ਨਾ ਹਿੱਲੇ। ਉਹਨੇ ਖੋਤੇ ਵੱਲ ਵੇਖਿਆ। ਇੱਕ ਗਿਰਜ ਦਾ ਜੁੱਸਾ ਧੌਣੋਂ ਬਗੈਰ ਖੋਤੇ ਦੀ ਪਿੱਠ ਵਿੱਚ ਇੰਝ ਚੁੜਿਆ ਹੋਇਆ ਸੀ ਜਿਵੇਂ ਉਹ ਦੋਵੇਂ ਇੰਜੇ ਜੰਮੇ ਸਨ। ਖੋਤਾ ਤੇ ਇੱਕ ਧੜ। ਉਹ ਭੱਜਦਾ ਹੋਇਆ ਗਿਆ ਤੇ ਗਿਰਜ ਦੇ ਧੜ ਉੱਤੇ ਤਖਤੀ ਮਾਰਨ ਲੱਗ ਪਿਆ, ਪਰ ਕਿੱਥੇ, ਅੰਦਰ ਰੁਗ ਪ੍ਰਗਟਾ ਸੀ। ਗਿਰਜ ਕਿਵੇਂ ਛੱਡਦਾ? ਉਹ ਪਾਗਲਾਂ ਹਾਰ ਉਹਨੂੰ ਤਖਤੀ ਮਾਰਦਾ ਰਿਹਾ, ਪਰ ਗਿਰਜ ਨੇ ਆਪਣੀ ਧੌਣ ਬਾਹਰ ਨਾ ਕੱਢੀ। ਜਦੋਂ ਧੌਣ ਬਾਹਰ ਨਿਕਲੀ ਤੇ ਚੁੰਝ ਦੀ ਵਿੱਚ ਸੂਈ ਬੋਟੀ ਸੀ। ਖੋਤਾ ਹੁਣ ਐਡਾ ਲਾਗਰ ਹੋ ਗਿਆ ਸੀ ਜੇ ਉਹ ਆਪਣੇ ਅੰਦਰ ਵੜਦੀ ਧੌਣ ਨੂੰ ਮਹਿਸੂਸ ਕਰਦਿਆਂ ਹੋਇਆਂ ਵੀ ਤੜਫ ਨਹੀਂ ਸੀ ਸਕਦਾ। ਇੱਕ ਗਿਰਜ ਉਹਦੀ ਪਿੱਠ ਉੱਤੇ ਚੁੰਝ ਮਾਰੀ। ਜੇ ਹੁਣ ਖੋਤੇ ਨੂੰ ਖੋ ਖਾਵਣ ਦੀ
ਉਹਦੀ ਵਾਰੀ ਸੀ ਤੇ ਉਹ ਉਹਦੀ ਰਾਹ ਡੱਕੀ ਖਲੋਤਾ ਸੀ। ਉਹਨੇ ਪਿੱਛੇ ਮੁੜ ਕੇ ਵੇਖਿਆ, ਗਿਰਜ ਧੌਣ ਲੰਮੀ ਕਰਕੇ ਉਡੀਕ ਵਿੱਚ ਸੀ। ਉਹਨੇ ਇੱਕ ਵਾਰੀ ਫੇਰ ਚੁੰਝ ਅੱਗੇ ਕੀਤੀ, ਇਹ ਗਿਰਜ ਮੇਰੀ ਪਿੱਠ ਵਿੱਚ ਮੂੰਹ ਪਾ ਕੇ ਮੇਰੀਆਂ ਬੋਟੀਆਂ ਖੋਹ ਖਾਣ ਦੇ। ਉਹਨੇ ਤਖਤੀ ਉੱਥੇ ਹੀ ਸੁੱਟੀ ਤੇ ਅੰਨ੍ਹੇਵਾਹ ਭੱਜਦਾ ਹੋਇਆ ਮੈਦਾਨੋਂ ਬਾਹਰ ਆ ਗਿਆ।